उपरंत पवित्र शब्द की विचार नाल जुड़ना करांगे। गज के आखिए जी वाहिगुरू जी का खालसा वाहिगुरू जी की फतेह। सतनाम श्री वाहिगुरू साहिब जीओ। माज महला पंजवा। सो सच मंदर जित सच ध्याईऐ। सो हृदा सोहेला जित हर गुण गाईऐ। सो सच मंदर जित सच ध्याईऐ। सो हृदा सोहेला जित हर गुण गाईऐ। सा तरत सुहावी जित वसै हर जन सच्चे। नाम मिठो कुर्बानो जियो। सा तरत सुहावी जित वसै हर जन सच्चे। नाम बिठो कुर्बानो जियो। वाहिगुरू ये पवित्र बचन पंजवें पातशाह शहीदां दे सरताज छत्र चबर ताकत दे मालक हलत पलत के रक्षक सतगुरु धन धन श्री गुरु अर्जन देव महाराज जी दे उचारण किए हुए श्री गुरु ग्रंथ साहिब महाराज जी के पवित्र अंग 107 उपर दूसरा शब्द आप जी ने सरवण किया। तो लड़ी चल रही है। धन धन श्री गुरु अर्जन देव महाराज जी पिछे बख्शिश कर रहे सी कि जदों मेरे उपर परमेश्वर स्वरूप गुरु ने कृपा की तां गुरु के चरण मेरे हिरदे विच वस गए। और सतगुर ने मैनू अपना बना लिया, अपने विच मिला लिया। फिर की होया? दुख का डेरा ढाया जी हो, दुखां दा डेरा ही चक्या गया। तो सिखां ने पूछया महाराज तुसी परमेश्वर दे सिमरन की गल करदे हो। आखिरी पंक्ति विच चरण कमल जन का आधारो, आठ पहर राम नाम वापारो। हरि दे प्यारिਆਂ ਨੂੰ अठे पहर राम दे नाम का वपार करना चाहिए। भाव परमेश्वर का नाम जपना चाहिए। सहज आनंद गावे गुण गोविंद। सहज अवस्था विच बैठ के सहजे सहजे, कोई इत्थे जोर नहीं लगता, कोई जोर लाउण दी लोड़ भी नहीं है, कोई भज दौड़ नहीं है। बैठ जाना टेक के बस, और अपने फुरनियां नूं खत्म करन दी कोशिश करनी। अफुर अवस्था में जाना तो फिर की होवेगा? प्रभ नानक सर्ब समाहिया जियो। जदों उहदे गुणां नूं गावांगे, जिहड़ा सारिਆਂ ਵਿੱਚ समाया होया वो तैनूं प्राप्त हो जाएगा। फिर अगला प्रश्न पैदा होया, सवाल पैदा होया। सिखां ने बेनती की महाराज कित्थे बह के जपिया जाए ताकि वो प्राप्त हो जाए। ध्यान दिओ, कि उसनूं किवें जपीए, कित्थे बैठ के जपीए। तो उस वेले धन धन श्री गुरु अर्जन देव महाराज जी ने फिर अगला बचन बख्शिश किया। कहते सिखो सारी धरती जपण वास्ते बनाई आ। सगली धरती साध की तस्कर वैसे जाहे। तस्कर वैसे आहे
ਕਹਿੰਦੇ ਧਰਤੀ ਸਾਰੀ ਨਾਮ ਜਪਣ ਵਾਸਤੇ ਬਣਾਈ ਹੈ। ਠੀਕ ਹੈ ਕਿ ਇਹਦੇ ਵਿੱਚ ਕੁਝ ਚੋਰ ਡਾਕੂ ਲੁਟੇਰੇ ਵੀ ਪੈਦਾ ਹੋ ਗਏ। ਜੇ ਬਾਹਰ ਦੇਖੀਏ ਤੇ ਬਾਹਰ ਵੀ ਨਾਮ ਜਪਣ ਵਾਲੀਆਂ ਰੂਹਾਂ ਵੀ ਹੈ, ਚੋਰ ਲੁਟੇਰੇ ਡਾਕੂ ਵੀ ਹੈ। ਜੇ ਅੰਦਰ ਵੇਖੀਏ ਤੇ ਹਿਰਦਾ ਵੀ ਇੱਕ ਧਰਤੀ ਹੈ। ਇਹਦੇ ਵਿੱਚ ਬੈਠ ਕੇ ਨਾਮ ਜਪੀਏ ਤੇ ਸੁਖੀ ਹੋ ਸਕਦੀ ਆ, ਪਰ ਇਹਦੇ ਵਿੱਚ 5 ਵਿਕਾਰ ਵੀ ਪੈਦਾ ਹੋ ਗਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਚੋਰ, ਠੱਗ, ਲੁਟੇਰੇ, ਡਾਕੂ ਆ, ਜੋ ਸਾਡੀ ਅਧਿਆਤਮਕ ਪੂੰਜੀ ਤੇ ਹਮਲਾ ਕਰਦੇ ਆ, ਉਸ ਨੂੰ ਚੁਰਾਉਂਦੇ ਆ ਜਾਂ ਖਤਮ ਕਰਦੇ ਆ। ਕੋਸ਼ਿਸ਼ ਕਰਦੇ ਆ ਬਈ ਇਹ ਜੀਵ ਪਰਮੇਸ਼ਰ ਦਾ ਨਾਮ ਨਾ ਜਪ ਸਕੇ। ਇਹ ਅੰਦਰ ਬੈਠੇ ਨੇ ਸਾਡੇ, ਪਰ ਜਿਸ ਵੇਲੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ, ਫਿਰ ਇਹਨਾਂ ਨੂੰ ਇੱਥੋਂ ਭੱਜਣਾ ਪੈਂਦਾ। ਜਿਵੇਂ ਪ੍ਰੀਤਮ ਦਾ ਬਚਨ ਹੈ, ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਇਸ ਘਰ ਦਾ ਮਾਲਕ ਹੈ ਸ਼ਬਦ। ਜਿਵੇਂ ਇਸਤਰੀ ਦਾ ਮਾਲਕ ਹੈ ਮਨੁੱਖ, ਦੇਹੀ ਦਾ ਮਾਲਕ ਹੈ ਸ਼ਬਦ। ਇਸਤਰੀ ਆਪਣੇ ਪਤੀ ਨਾਲ ਸੁਖੀ ਵਸਦੀ ਹੈ, ਦੇਹੀ ਜਿਹੜੀ ਹੈ ਇਹ ਸ਼ਬਦ ਨਾਲ ਜੁੜ ਕੇ ਸੁਖੀ ਵਸਦੀ ਹੈ। ਇਸ ਵਿਸ਼ੇ ਤੇ ਪਾਤਸ਼ਾਹ ਕੀ ਲਿਖਦੇ ਹਨ? ਕਾਇਆ ਕਾਮਣ ਸਦਾ ਸੁਹੇਲੀ, ਪਿਰ ਵਸੈ ਜਿਸ ਨਾਲੇ। ਫਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਕਾਇਆ ਦੇਹੀ ਸਰੀਰ ਤੇ ਕਾਮਣ ਇਸਤਰੀ, ਇਹ ਦੋਨੇ ਸੁਖੀ ਵਸਦੀਆਂ ਆਪਣੇ ਮਾਲਕ ਦੇ ਨਾਲ, ਆਪਣੇ ਪਤੀ ਪਰਮੇਸ਼ਰ ਦੇ ਨਾਲ। ਸੰਸਾਰੀ ਉਦਾਹਰਨ ਹੈ ਇਸਤਰੀ ਦੀ, ਜਿਵੇਂ ਉਸੇ ਤਰ੍ਹਾਂ ਸਰੀਰ ਸੁਖੀ ਵਸੂਗਾ। ਇਹਦਾ ਮਾਲਕ ਹੈ ਸ਼ਬਦ। ਇਸੇ ਕਰਕੇ ਗੁਰਬਾਣੀ ਨੂੰ ਗੁਰੂ ਵੀ ਪਦਵੀ ਦਿੱਤੀ ਗਈ, ਔਰ ਗੁਰਬਾਣੀ ਨੂੰ ਪਰਮੇਸ਼ਰ ਵੀ ਕਿਹਾ ਬਾਣੀ ਵਿੱਚ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸ਼ਬਦ ਵੀ ਸੂਖਮ ਹੈ, ਆਤਮਾ ਵੀ ਸੂਖਮ ਹੈ, ਤੇ ਸੂਖਮ ਦੇ ਨਾਲ ਸੂਖਮ ਦਾ ਸੰਬੰਧ ਹੈ ਅਸਥੂਲ ਨਾਲ ਅਸਥੂਲ ਦਾ। ਜਿਵੇਂ ਬਚਨ ਹੈ ਪ੍ਰੀਤਮ ਦਾ, ਧਾਤ ਮਿਲਿਆ ਫੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਧਾਤ ਹੁੰਦੀ ਹੈ ਸੋਨਾ, ਚਾਂਦੀ, ਤਾਂਬਾ ਆਦਿ, ਇਹ ਧਾਤਾਂ ਹਨ। ਜਦ ਇਹਨਾਂ ਨੂੰ ਢਾਲੀਏ, ਗਰਮ ਕਰੀਏ, ਤੇ ਇਹ ਢਲ ਕੇ ਇੱਕ ਦੂਜੇ ਵਿੱਚ ਮਿਕਸ ਹੋ ਜਾਂਦੀਆਂ। ਪਰ ਇਹਦੇ ਵਿੱਚ ਲਿਵ ਪਿਆਰ ਨਹੀਂ ਮਿਕਸ ਹੋ ਸਕਦਾ। ਤੇ ਪਿਆਰ ਪਿਆਰ 'ਚ ਹੀ ਮਿਕਸ ਹੁੰਦਾ। ਜਿੱਥੇ ਪਿਆਰ ਹੁੰਦਾ ਉੱਥੇ ਸਾਨੂੰ ਵੀ ਪਿਆਰ ਆਉਂਦਾ। ਕੋਈ ਸਾਨੂੰ ਪਿਆਰ ਕਰਦਾ, ਅਸੀਂ ਉੱਥੇ ਪਿਆਰ ਕਰਦੇ ਹਾਂ। ਤੇ ਜਿੱਥੇ ਪਿਆਰ ਹੈ ਉੱਥੇ ਮਾਇਆ ਨਹੀਂ ਮਿਕਸ ਹੁੰਦੀ, ਉੱਥੇ ਧਾਤਾਂ ਸੋਨਾ ਚਾਂਦੀ ਮਿਕਸ ਨਹੀਂ ਹੋ ਸਕਦਾ। ਬਾਬਾ ਜੀ ਦਾ ਬਚਨ ਹੈ ਨਾ, ਜਾਂ ਲੱਭ ਤਾਂ ਨੇਹੋ ਕਿਆ, ਜੇ ਲਾਲਚ ਹੈ ਤਾਂ ਫਿਰ ਪਿਆਰ ਨਹੀਂ ਹੈਗਾ। ਜੇ ਕਿਸੇ ਵਸਤੂ ਦੇ ਲੈਣ ਦਾ ਲਾਲਚ ਹੈ ਨਾ, ਫਿਰ ਤੇਰੇ ਅੰਦਰ ਉਸ ਮਾਲਕ ਨਾਲ ਪਿਆਰ ਨਹੀਂ ਹੈਗਾ, ਵਸਤੂਆਂ ਦਾ ਲਾਲਚ ਹੈ। ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ, ਜੇ ਲਾਲਚ ਹੈ ਤੇ ਝੂਠਾ ਪਿਆਰ ਹੈ। ਇਹੋ ਜਿਹਾ ਪਿਆਰ ਬਹੁਤਾ ਚਿਰ ਨਹੀਂ ਟਿਕਦਾ। ਜਿਵੇਂ ਮੀਂਹ ਪੈਂਦੇ ਵਿੱਚ ਟੁੱਟਿਆ ਛੱਪਰ ਟੁੱਟ ਜਾਂਦਾ। ਕਹੋ ਸਤਨਾਮ ਸ੍ਰੀ। ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ, ਕਿੱਚੜ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇਹੋ। ਇਸੇ ਤਰ੍ਹਾਂ ਹੀ ਜਿਵੇਂ ਤੇਜ਼ ਮੂਸਲਾ ਧਾਰ ਮੀਂਹ ਦੇ ਵਿੱਚ ਟੁੱਟੇ ਫੁੱਟੇ ਛੱਪਰ ਵਿੱਚ ਕੋਈ ਕਿਵੇਂ ਰਵੇ, ਇਹੋ ਜਿਹੇ ਪਿਆਰ ਵਿੱਚ ਨਾ ਜੀਵ ਖੜਦਾ ਨਾ ਪਰਮੇਸ਼ਰ ਖੜਦਾ। ਜਿੱਥੇ ਲਾਲਚ ਹੋਵੇ ਤਾਂ ਤੇ ਧਾਤ ਮਿਲੈ ਫੁਰ ਧਾਤ ਕੋ, ਲਿਵ ਲਿਵੈ ਕੋ ਧਾਵੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਵਿੱਚ ਮਾਇਆ ਮਿਲ ਸਕਦੀ ਹੈ, ਪਿਆਰ ਵਿੱਚ ਪਿਆਰ ਮਿਲ ਸਕਦਾ। ਹੁਣ ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਥੇ ਬੈਠ ਕੇ ਜਪਿਆ ਜਾਵੇ, ਉਹ ਕਿਹੜੀ ਧਰਤੀ ਆ? ਪਾਤਸ਼ਾਹ ਕਹਿੰਦੇ ਧਰਤੀ ਉਹੋ ਹੀ ਸਾਫ਼ ਹੋ ਜਾਊਗੀ ਜਿੱਥੇ ਬੈਠ ਕੇ ਜਪੋਗੇ। ਜਿੱਥੇ ਜਾਏ ਵਾਹ ਮੇਰਾ ਸਤਿਗੁਰੂ
सो थान सुहावा राम राजे, गुरसिੱਖੀ सो थान भालिया, लै धूर मुख लावा। ਹੁਣ ਕਈ ਲੋਕ ਕਹਿੰਦੇ ਆ ਜੰਗਲਾਂ ਵਿੱਚ ਜਾ ਕੇ ਜਪੀਏ ਤੇ ਉੱਥੇ ਵਧੀਆ ਜਪਿਆ ਜਾਊਗਾ। ਕਈ ਕਹਿੰਦੇ ਆ ਘਰ ਤੋਂ ਦੂਰ ਬੈਠ ਕੇ ਜਪੀਏ, ਜਿੱਥੇ ਰੌਲਾ ਰੱਪਾ ਨਾ ਪੈਂਦਾ ਹੋਵੇ ਫਿਰ ਜਪਿਆ ਜਾਊਗਾ। ਅਸਲ 'ਚ ਰੌਲਾ ਤਾਂ ਸਾਡੇ ਅੰਦਰ ਹੀ ਪੈ ਰਿਹਾ, ਮਨ ਦਾ ਸ਼ੋਰ ਹੈ ਜਿਹੜਾ ਅੰਦਰ ਫੁਰਨਿਆਂ ਦਾ। ਤੁਸੀਂ ਜੰਗਲ ਵਿੱਚ ਜਾ ਕੇ ਬਹਿ ਜਾਓ ਤੇ ਤੁਹਾਡਾ ਮਨ ਕਿੰਨੇ ਫੁਰਨੇ ਬਣਾਊਗਾ, ਪਤਾ ਨਹੀਂ ਘਰੇ ਕੀ ਬਣੂ, ਜਵਾਕਾਂ ਦਾ ਕੀ ਹਾਲ ਹੋਊ, ਪਤਾ ਨਹੀਂ ਘਰ ਵਾਲੀ ਦਾ ਕੀ ਹਾਲ ਹੋਊ। ਮੈਂ ਤਾਂ ਦੂਰ ਆ ਗਿਆ, ਰੌਲਾ ਤਾਂ ਉੱਥੇ ਵੀ ਨਹੀਂ ਬੰਦ ਹੋਇਆ। ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜੇ ਕੋਈ ਅੱਖਾਂ ਬੰਦ ਕਰਕੇ ਬੈਠ ਜਾਵੇ ਪਰ ਅੰਦਰੋਂ ਮਨ ਚੁੱਪ ਨਹੀਂ ਹੁੰਦਾ ਜਿੰਨਾ ਚਿਰ ਗੁਰੂ ਕਿਰਪਾ ਨਹੀਂ ਕਰਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤਾਂ ਭਲੀ ਸੁਹਾਵੀ ਛਾਪਰੀ, ਜਾਮੈ ਹਰ ਗੁਣ ਗਾਏ। ਉਹ ਛਪਰੀ, ਉਹ ਸਿੰਪਲ ਘਰ, ਉਹ ਕੱਚਾ ਘਰ, ਉਹ ਝੌਂਪੜੀ ਵੀ ਚੰਗੀ ਆ ਜਿੱਥੇ ਹਰੀ ਦਾ ਜਸ ਹੁੰਦਾ। ਧੰਨ ਗੁਰੂ ਨਾਨਕ ਦੇਵ ਜੀ ਜਾ ਕਰਕੇ ਭਾਈ ਲਾਲੋ ਤਖਾਣ ਮਿਸਤਰੀ ਜੋ ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਸਿੰਪਲ ਸਾਦਾ ਜਿਹਾ ਜੀਵਨ ਬਤੀਤ ਕਰਦਾ, ਉਹਦੇ ਕੋਲੇ ਮਹੀਨਾ ਭਰ ਰਹੇ, 25 ਦਿਨ ਲਗਾਤਾਰ ਰਹੇ, 5 ਦਿਨ ਫਿਰ ਰਹੇ। ਤੇ ਮਲਕ ਭਾਗੋ ਨੇ ਇੱਕੋ ਦਿਨ ਸੱਦਿਆ ਸੀ, ਗਏ ਹੀ ਨਹੀਂ ਗਏ ਤੇ ਉਹਦੇ ਹੰਕਾਰ ਤੇ ਸੱਟ ਮਾਰ ਕੇ, ਉਹਦੇ ਹੰਕਾਰ ਤੇ ਚੋਟ ਮਾਰ ਕੇ, ਉਹਦੇ ਹੰਕਾਰ ਨੂੰ ਭੰਗ ਕਰਕੇ ਆਏ। ਜੇ ਰਾਮ ਦੀ ਗੱਲ ਕਰੀਏ, ਰਾਮਚੰਦਰ ਜਦ ਬਨਵਾਸ ਕੱਟਣ ਗਿਆ ਤਾਂ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੀਆਂ ਝੌਂਪੜੀਆਂ ਛੱਡ ਕੇ ਇੱਕ ਸ਼ਬਰੀ ਨਾਮ ਦੀ ਗਰੀਬ ਰੱਬ ਦੀ ਪਿਆਰੀ ਬਸਦੀ ਆ ਉੱਥੇ, ਜਿਸ ਦੇ ਅੰਦਰ ਪਰਮੇਸ਼ਰ ਦੇ ਨਾਲ ਪਿਆਰ ਸੀ। ਤਾਂ ਉਸ ਦੇ ਕੋਲ ਜਾ ਕੇ ਉਤਰੇ। ਕਹਿਣ ਤੋਂ ਭਾਵ ਹੈ ਕ੍ਰਿਸ਼ਨ ਦੀ ਗੱਲ ਕਰੀਏ, ਦੁਆਪਰ ਯੁੱਗ ਦੇ ਵਿੱਚ ਕਈ ਵਾਰੀ ਦਵਾਰਕਾਪੁਰੀ ਤੋਂ ਚੱਲ ਕੇ ਹਸਤਨਾਪੁਰੀ ਦਿੱਲੀ ਵੀ ਜਾਂਦੇ ਆ, ਉਹਨਾਂ ਦੀ ਸੰਧੀ ਕਰਾਉਣ ਵਾਸਤੇ ਵੀ ਪਾਂਡਵਾਂ ਤੇ ਕੌਰਵਾਂ ਦੀ ਲੜਾਈ ਨਾ ਹੋਵੇ, ਨਾ ਲੋਕ ਮਰਨ। ਪਰ ਦੁਰਯੋਧਨ ਵਰਗੇ ਕਿੱਥੇ ਮੰਨਦੇ ਆ, ਹੰਕਾਰੀ। ਤੇ ਜਦੋਂ ਦੁਪਹਿਰਾ ਕੱਟਣਾ ਹੁੰਦਾ, ਆਰਾਮ ਕਰਨਾ ਹੁੰਦਾ, ਤੇ ਉਦੋਂ ਕ੍ਰਿਸ਼ਨ ਜੀ ਇੱਕ ਗਰੀਬ ਜਿਹਾ ਮੰਤਰੀ ਆ ਬਿਦਰ, ਉਹਦੇ ਘਰੇ ਜਾ ਕੇ ਦੁਪਹਿਰਾ ਕੱਟਦੇ ਆ, ਰਾਤ ਕੱਟਦੇ ਆ। ਤੇ ਇੱਕ ਦਿਨ ਕਿਤੇ ਦੁਰਯੋਧਨ ਨੂੰ ਪੁੱਛਿਆ ਵੀ ਤੂੰ ਜਿਹੜਾ ਹੈ, ਦੁਰਯੋਧਨ ਨੇ ਪੁੱਛਿਆ, ਕਬੀਰ ਸਾਹਿਬ ਜੀ ਦੱਸਦੇ ਹਨ, ਕ੍ਰਿਸ਼ਨ ਜੀ ਨੂੰ ਕਹਿੰਦੇ ਵੀ ਤੁਸੀਂ ਉਹ ਕੰਗਾਲ ਜੇ, ਸਿੰਪਲ ਜੇ, ਸਾਡੇ ਗਰੀਬ ਜੇ ਮੰਤਰੀ ਦੇ ਘਰੇ ਜਾ ਕੇ ਰਹਿ ਪੈਂਦੇ ਹੋ, ਤੇ ਸਾਡੇ ਘਰੇ ਪੱਖੇ ਪੁੱਖੇ ਲੱਗੇ ਆ, ਏਸੀ ਲੱਗੇ। ਅੱਜ ਕੱਲ੍ਹ ਤਾਂ ਏਸੀ, ਉਦੋਂ ਏਸੀ ਨਹੀਂ ਸੀ, ਪਰ ਉਦੋਂ ਵੀ ਸਹੂਲਤਾਂ ਸੀਗੀਆਂ ਮਨੁੱਖ ਦੇ ਕੋਲ। ਉਦੋਂ ਹੱਥ ਨਾਲ ਫੱਟੇ ਨਾਲ ਬੰਨ੍ਹਿਆ ਪੱਖਾ ਖਿੱਚਣ ਵਾਲਾ ਹੁੰਦਾ ਸੀ, ਸਾਡੇ ਘਰੇ ਕਿਉਂ ਨਹੀਂ ਰਹਿੰਦੇ? ਤੇ ਉੱਥੇ ਕਬੀਰ ਸਾਹਿਬ ਜੀ ਦੀ ਵਰਣਨ ਹੈ, ਰਾਜਨ ਕੌਣ ਤੁਮਹਾਰੇ ਆਵੇ, ਕਹਿੰਦੇ ਤੇਰੇ ਕੋਲੇ ਕੌਣ ਆਉਂਦਾ? ਮੈਨੂੰ ਆਉਣਾ ਪੈਂਦਾ ਮਜਬੂਰੀ, ਬਸ ਵੀ ਜੰਗ ਜੁੱਧ ਨਾ ਹੋਣ ਤੇ ਤੁਹਾਡੀ ਸੰਧੀ ਹੋ ਜੇ, ਇਹਨਾਂ ਨੂੰ 5 ਪੈਂਡੀ ਦੇ ਦਿਓ, ਟਾਈਮ ਟਪਾ ਲੈਣਗੇ ਆਪਦਾ। ਪਰ ਉਹ ਨਾ ਮੰਨਿਆ। ਉਹਨਾਂ ਬਚਨਾਂ ਨੂੰ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਦੱਸਦੇ ਹੈ ਕਿ ਜੋ ਜਵਾਬ ਸੀ ਕ੍ਰਿਸ਼ਨ ਦਾ ਉਸ ਹੰਕਾਰੀ ਦੁਰਯੋਧਨ ਨੂੰ, ਰਾਜਨ ਕੌਣ ਤੁਮਹਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਮੈਂ ਬਿਦਰ ਦਾ ਸੁਭਾਅ ਦੇਖਿਆ, ਬੜਾ ਚੰਗਾ ਲੱਗਦਾ, ਤੇ ਤੂੰ ਤਾਂ ਬੜਾ ਹੰਕਾਰੀ ਹੈ, ਤੈਨੂੰ ਪਤਾ ਨਹੀਂ ਰੱਬ ਕਿੱਥੇ ਵਸਦਾ। ਐਸੋ ਭਾਉ ਬਿਦਰ ਕੋ ਦੇਖਿਓ, ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੁੱਲਾ, ਸੀ ਭਗਵਾਨ ਨਾ ਜਾਣਿਆ। ਹਸਤੀ ਭਾਵ ਪਦਵੀ, ਮੈਂ ਰਾਜਾ।
मेरे प्यो ने मैनू राज दिता, मैं किसी को एक काणी कौडी नहीं दिंदा। हस्ती देख भरम ते भूला, श्री भगवान ना जानिया। तुमरो दूध बिदर को पानो, अमृत कर मैं मानिया। तेरे दुध नालों दा पानी चंगा है, खीर समान साग मैं पाया। रुखा मिस्सा प्रशादा भी उहदा खीर वर्गा स्वाद सी। खीर समान साग मैं पाया, गुण गावत रैन बिहानी। कबीर को ठाकुर अंड विनोदी, जात ना काहू की मानी। जिहड़ा कबीर दा मालक है उहदा प्रेम दा भुखा है, वो जात पात नहीं वेखदा। इस करके हुण सिखां ने पुछया, महाराज दसो कित्थे बह के जपीए, किहड़ा थां चंगा है? धन गुरु श्री गुरु अर्जन देव महाराज जी कहते, जिथे बैठोगे उत्थे ही मंदिर बन जाऊगा। मंदिर भाव घर, नाम जपण वाली पवित्र जगह बन जानी है। माज महला पंजवा, सो सच मंदिर जित सच ते आई है। जिथे बैठ के सच नूं जपिया जाता उही सच्चा मंदिर बन गया। जिथे मर्जी बह के जप लो। तुहाडे हिरदे भी शांति है, घर सुख वसिया तो बाहर सुख पाया। फिर जिथे मर्जी जाके बह जाओ उत्थे ही आनंद है। जे अंदर खलबली है तो फिर बाहर किते भी आनंद नहीं आना। सो सच मंदिर जित सच ते आई है। जिथे सच नूं सिमरिया जाता है उही हरि दा मंदिर बन जाता। सो हृदा सुहेला जित हर गुण गाई है। वो हिरदा सुखी वसदा, उस हिरदे भी सुख प्राप्त हो जाता। जां तू मेरा वल है तां क्या मोह छंदा। तुर सब कुछ मैनों सौंपिया जां तेरा बंदा। लक्ष्मी टोट ना आवई खाए खर्च रहंदा। ये वैरी मित्र सब कीते आन मंगे मंदा। लेखा कोई न पुछई जां हर बख्शंदा। आनंद भया सुख पाया, मिल गुरु गोबिंदा। सभै का सवारिया जा तुध भवंदा। आनंद भया सुख पाया, मिल गुरु गोबिंदा। इस तरह फिर वो थां पवित्र हो गया जिथे भी गुरु बह गया, जिथे गुरु के प्यारे बैठ गए। जिथे जाए वह मेरा सतगुरु, सो थान सुहावा राम राजे। गुरसिखी सो थान भालिया। गुरसिखा ने गुरु की सिक्ख्या लैके वो पवित्र थां लभ लिया। लै धूड़ मुख लावा, उस पवित्र थां की चरण धूड़ अपने मत्थे ते लाउंदे आ, मुख ते लाउंदे आ। भाव उथों जा करके ज्ञान प्राप्त करते हैं। हुण जिथे जिथे गुरुआं ने जाके चरण पाए उत्थे उत्थे सुंदर स्थान बन गए। और उत्थे गुरु जस हो रहे हैं तो सिख संगतां उत्थों लाहा खट रही। नंबर 1 धरती का वो थां भी पवित्र हो जाऊगा जिथे सच नूं जपिया जाऊगा। तो वह हिरदा रूप धरती भी पवित्र हो जाऊ जिथे सच नूं जपिया जाएगा। सो सच मंदिर जित सच ते आई है। सो हृदा सुहेला, वो हिरदा भी सुखी हो गया। वो हिरदा भी सुखी हो गया। थिर कर बैसो हरजन प्यारे, सतगुर तुमरे काज सवारे। दुष्ट दूत परमेश्वर मारे, जन की पैज रखे करतारे। और की होया? बादशाह शाह सा बस कर दीने, अमृत नाम महारस पीने। निरभो होए भजो भगवान, साध संगत मिल कीनो दान। कहो नानक प्रभ अंतरजामी, नानक ओट पकड़ी प्रभ स्वामी। इस नानक ने उस परमेश्वर के चरणों की ओट लै ली। हुण हर थां ते सुख। गुजरात के इलाके च पे गए तो जंगल में बहुत सारे शेर रहिंदे सन। उत्थे भी शेरां ने डराया नहीं। कोले आके इउं बह गए जिवें तुसीं चौंकड़ी मार के बैठे हो। वो अपनी चौंकड़ी भाव प्यार नाल संगतां वांगू सामने आके बैठ गए। अफ्रीका दे विच गए, उत्थों दे लोग वो जिहड़े काले जे हुंदे आ, मोटे मोटे, वो मांस खांदे आ बहुत ज़्यादा। तो धन गुरु नानक देव जी एक पहाड़ी के चरणों च बैठे आ, थले बैठे आ। तो उत्ते पहाड़ी के उत्ते वो काले आ गए अफ्रीकन।
ਤੇ ਵੇਖ ਕਰਕੇ ਰਾਜਾ ਆਪਣੇ ਵਜ਼ੀਰਾਂ ਨੂੰ, ਆਪਣੇ ਸਿਪਾਹੀਆਂ ਨੂੰ ਕਹਿੰਦਾ, ਜਾਓ ਫੜ ਕੇ ਲਿਆਓ, 3 ਬੰਦੇ ਬੈਠੇ ਆ, ਪਤਾ ਨਹੀਂ ਕੌਣ, ਅੱਜ ਬੰਦਿਆਂ ਦਾ ਮਾਸ ਖਾਵਾਂਗੇ। ਕਹੋ ਸਤਨਾਮ। ਪਰ ਜਦੋਂ ਉਹ ਸਤਿਗੁਰਾਂ ਨੂੰ ਫੜਨ ਵਾਸਤੇ ਆਏ ਤੇ ਜਦ ਨੇੜੇ ਆਉਣ ਤੇ ਅੰਨੇ ਹੋ ਜਾਣ, ਭਾਵ ਫਿਰ ਕੋਈ ਵੀ ਡਰਾ ਨਹੀਂ ਸਕਦਾ ਗਾ। ਤੇ ਅਖੀਰ 4-5 ਵਾਰੀ ਫੜਨ ਵਾਸਤੇ ਬੰਦੇ ਬਦਲ ਬਦਲ ਕੇ ਭੇਜੇ ਰਾਜੇ ਨੇ, ਕੋਈ ਨੇੜੇ ਨਾ ਪਹੁੰਚ ਸਕਿਆ। ਅਖੀਰ ਰਾਜਾ ਕਹਿੰਦਾ ਮੈਂ ਫੜ ਕੇ ਲਿਆਉਣਾ, ਉਹ ਵੀ ਅੰਨਾ ਹੋ ਗਿਆ। ਤੇ ਫਿਰ ਉਹਨੂੰ ਮਾਫੀ ਮੰਗਣੀ ਪਈ, ਪੈਰੀ ਪੈ ਗਿਆ। ਸਤਿਗੁਰਾਂ ਨੇ ਉਹਨਾਂ ਨੂੰ ਫਿਰ ਸਮੱਤ ਬਖਸ਼ੀ। ਤੋ ਕਹਿਣ ਤੋਂ ਭਾਵ ਹੈ, ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਉਹਨਾਂ ਹਿਰਦਿਆਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ। ਪਰਮੇਸ਼ਰ ਦਾ ਔਰਾ, ਗੁਰੂ ਨਾਨਕ ਪਾਤਸ਼ਾਹ ਦਾ ਸ਼ਕਤੀ ਪ੍ਰਕਾਸ਼ ਹੀ ਇਤਨਾ ਹੈ, ਜਿਹੜਾ ਉਹਨਾਂ ਦੇ ਸੰਪਰਕ ਵਿੱਚ ਆ ਗਿਆ, ਉੱਥੇ ਵੀ ਚਾਨਣ ਹੋ ਗਿਆ, ਉੱਥੇ ਵੀ ਪ੍ਰਕਾਸ਼ ਹੋ ਗਿਆ, ਉੱਥੇ ਵੀ ਗਿਆਨ ਹੋ ਗਿਆ। ਸੋ ਸੱਚ ਮੰਦਰ ਜਿਸ ਸੱਚ ਤੇ ਆਈ ਹੈ, ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋਂ ਕੁਰਬਾਨੋ ਜੀਓ। ਉਹ ਧਰਤੀ ਵੀ ਸੋਹਣੀ ਹੋ ਗਈ, ਸੁਖੀ ਹੋ ਗਈ, ਵਧੀਆ ਹੋ ਗਈ, ਜਿੱਥੇ ਹਰੀ ਦੇ ਪਿਆਰੇ ਜਾ ਕੇ ਵਸ ਗਏ। ਉਦਾਹਰਨ ਦੇ ਤੌਰ ਤੇ ਕਬੀਰ ਸਾਹਿਬ ਜੀ ਦੀ ਸਾਖੀ ਯਾਦ ਕਰੋ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਗਹਰ ਉਠਿਆਇਆ। ਆਪਣੀਆਂ ਬਾਣੀਆਂ ਵਿੱਚ ਦੱਸਦੇ ਆ ਕਿ ਕਬੀਰ ਸਾਹਿਬ ਜੀ ਨੇ ਜ਼ਿੰਦਗੀ ਸਾਰੀ ਕਾਸ਼ੀ ਦੇ ਇਲਾਕੇ 'ਚ ਬਤੀਤ ਕੀਤੀ, ਪਰ ਆਖਰੀ ਸਮਾਂ ਜਦ ਨੇੜੇ ਆਇਆ ਤੇ ਕਬੀਰ ਸਾਹਿਬ ਜੀ ਕਾਫੀ ਸਮੇਂ ਤੋਂ ਸੁਣ ਰਹੇ ਸੀ ਬ੍ਰਾਹਮਣਾਂ ਦੀਆਂ ਗੱਲਾਂ। ਇਹਨਾਂ ਨੂੰ ਕਈ ਤਰ੍ਹਾਂ ਦੇ ਗਿਆਨ ਦਿੱਤੇ, ਕਈ ਤਰ੍ਹਾਂ ਦੀਆਂ ਜਿਹੜੀਆਂ ਗਲਤ ਪਿਰਤਾਂ ਪਈਆਂ ਸੀ ਉਹ ਖਤਮ ਕੀਤੀਆਂ। ਭਾਵੇਂ ਕਿ ਬ੍ਰਾਹਮਣ ਉਸ ਵੇਲੇ ਭਗਤਾਂ ਨਾਲ ਲੜਦੇ ਰਹੇ, ਕਿਉਂਕਿ ਜਾਤ ਪਾਤ ਦਾ ਖੰਡਨ ਕਰਦੇ ਸਨ, ਮਨੁੱਖ ਨੂੰ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਸਨ, ਔਰ ਸਰਾਧ ਨਰਾਤੇ ਆਦਿ ਇਹਨਾਂ ਦਾ ਵੀ ਖੰਡਨ ਕਰਦੇ ਸਨ। ਜੀਵਤ ਪਿੱਤਰ ਨਾ ਮਾਨਿਆ ਕੋ ਮੂਹੇ ਸਰਾਧ ਕਰਾਹੀ, ਜਿਉਂਦਿਆਂ ਦੀ ਸੇਵਾ ਨਹੀਂ ਕਰਦੇ, ਮਰਨ ਤੋਂ ਬਾਅਦ ਐਵੇਂ ਹੋਰ ਕਿਸੇ ਨੂੰ ਖੀਰਾਂ ਪੂੜੇ ਖਵਾਈ ਜਾਂਦੇ ਆ। ਕਹੋ ਸਤਨਾਮ। ਜੀਵਤ ਪਿੱਤਰ ਨਾ ਮਾਨਿਆ ਕੋ ਮੂਹੇ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ। ਉਹ ਪਤਾ ਨਹੀਂ ਕਿੱਥੇ ਜਾ ਕੇ ਦੁਬਾਰੇ ਜਨਮ ਲੈ ਲਿਆ ਹੋਊਗਾ, ਕਿਤੇ ਸੋਡੀਆਂ ਖੀਰਾਂ ਉਹਨਾਂ ਕੋਲੇ ਜਾ ਰਹੀਆਂ। ਸਭ ਝੂਠ ਹੈ। ਕਊਆ ਕੁੱਕਰ ਖਾਵੇ ਤਾਂ ਕਾਂ ਕੁੱਤੇ ਖਾ ਗਏ। ਆਪਣ ਪਿੱਤਰ ਨਾ ਇਸੇ ਕਹੀ ਹੈ, ਸਾਡੇ ਬੁੜੇ ਨਹੀਂ ਇਸ ਤਰ੍ਹਾਂ ਦੇ ਹੈਗੇ, ਨਾ ਅਸੀਂ ਸਰਾਧ ਮਨਾਈਏ ਉਹਨਾਂ ਦਾ। ਅਸੀਂ ਆਪਣੇ ਬਜ਼ੁਰਗਾਂ ਦਾ ਕੋਈ ਸਰਾਧ ਨਹੀਂ ਮਨਾਉਂਦੇ, ਪਰ ਸਾਡੇ ਦਿਮਾਗਾਂ 'ਚ ਐਸੀ ਕੁੱਟ-ਕੁੱਟ ਕੇ ਗੱਲ ਭਰੀ ਹੋਈ ਹੈ, ਲੋਕਾਂ ਨੇ ਸਰਾਧ ਗੁਰਦੁਆਰਿਆਂ 'ਚ ਹੀ ਬਾੜ 'ਤੇ ਲਿਆ ਕੇ ਕਹੋ ਸਤਨਾਮ ਬਾਬਾ ਜੀ ਰੋਟੀ ਖਾ ਲਓ। ਕਿਉਂ? ਆਹ ਸਾਡੇ ਬਾਪੂ ਦਾ ਸਰਾਧ ਹੈ, ਵੀ ਦੱਸੋ। ਗੁਰੂ ਨਾਨਕ ਦੀ ਬਾਣੀ ਤਾਂ ਕਹਿੰਦੀ ਹੈ ਤੁਸੀਂ ਬੰਦ ਕਰੋ, ਤੁਸੀਂ ਇੱਥੇ ਆ ਕੇ ਵੀ ਉਹੀ ਪਖੰਡ ਚਲਾਤਾ। ਕਹੋ ਸਤਨਾਮ। ਤੁਸੀਂ ਇੱਥੇ ਆ ਕੇ ਵੀ ਉਹੀ ਕੰਮ ਕਰਤਾ, ਜਦੋਂ ਕਿ ਇੱਥੋਂ ਤਾਂ ਕਹਿ ਰਹੇ ਆ ਜੀਵਤ ਪਿੱਤਰ ਮਾਨੋ, ਜਿਉਂਦਿਆਂ ਦੀ ਸੇਵਾ ਕਰੋ, ਬਜ਼ੁਰਗਾਂ ਦੀ। ਮਰਨ ਤੋਂ ਬਾਅਦ ਦਾ ਜਿਹੜਾ ਪ੍ਰਬੰਧ ਆ ਉਹ ਛੱਡੋ ਖਹਿੜਾ। ਇਸ ਕਰਕੇ ਬ੍ਰਾਹਮਣ ਜਿਹੜੇ ਸਨ ਇਸ ਵਿਸ਼ੇ 'ਤੇ ਭਗਤਾਂ ਨਾਲ ਬੜੇ ਲੱਗਦੇ ਸਨ, ਪਰ ਭਗਤਾਂ ਨੇ ਆਪਣੀ ਜਿਹੜੀ ਹੈ ਚਾਲ ਉਹ ਜਾਰੀ ਰੱਖੀ, ਸਹਿਜੇ ਸਹਿਜੇ ਪ੍ਰਚਾਰ ਕਰਦੇ ਰਹੇ, ਅੱਜ ਹੋਰ ਕੱਲ੍ਹ ਹੋਰ। ਫਿਰ ਗੁਰੂ ਨਾਨਕ ਪਾਤਸ਼ਾਹ ਸਮਾਂ ਆਇਆ, ਉਹਨਾਂ ਨੇ ਇਹਨਾਂ ਸਾਰੇ ਭਗਤਾਂ ਨੂੰ ਮਿਲਣਾ ਕੀਤਾ, ਇਹਨਾਂ ਨੂੰ ਨਾਲ ਲਿਆ, ਇਹਨਾਂ ਦੀ ਬਾਣੀ ਨਾਲ ਲਈ, ਇਹਨਾਂ ਦੇ ਬਚਨ ਨਾਲ ਲਏ, ਔਰ ਵਾਕਿਆ ਹੀ ਜੋ ਖੰਡਨ ਕਰਨ ਵਾਲਾ ਸੀ ਉਹਨੂੰ ਖੰਡਿਆ, ਜੋ ਮੰਡਨ ਕਰਨ ਵਾਲਾ ਸੀ ਉਹਨੂੰ ਆਪ ਵੀ ਗ੍ਰਹਿਣ ਕੀਤਾ ਤੇ ਸਿੱਖਾਂ ਨੂੰ ਵੀ ਗ੍ਰਹਿਣ ਕਰਵਾਇਆ। ਤੋ ਜਿੱਥੇ ਸੱਚ ਨੂੰ ਜਪਿਆ ਜਾਂਦਾ ਉਹੀ ਧਰਤੀ ਸਲਾਹੁਣ ਯੋਗ ਹੋ ਜਾਂਦੀ ਹੈ। ਹੁਣ ਇਸ ਸਥਾਨ 'ਤੇ ਆਪਾਂ ਮੱਥੇ ਟੇਕਦੇ ਹਾਂ, ਕਿਉਂਕਿ ਇੱਥੇ ਸੱਚ ਨੂੰ ਜਪਣ ਜਪਾਉਣ ਵਾਲਾ ਗੁਰੂ ਗੋਬਿੰਦ ਸਿੰਘ ਚਰਨ ਪਾ ਗਏ। ਕਹੋ ਸਤਨਾਮ। ਉਹਨਾਂ ਦੇ ਚਰਨ ਪੈ ਗਏ। ਜਿੱਥੇ ਜਾਏ ਵਾਹ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਕਬੀਰ ਸਾਹਿਬ ਜੀ ਨੇ ਜਾਂਦੇ ਜਾਂਦੇ ਇੱਕ ਭਰਮ ਹੋਰ ਕੱਢਣਾ ਚਾਹਿਆ, ਕਿਉਂਕਿ ਉਹ ਨਿਕਲਣਾ ਹੀ ਮੌਤ ਤੋਂ ਬਾਅਦ ਸੀ, ਭਰਮ ਮੌਤ ਵੇਲੇ ਸੀਗਾ। ਇਸ ਕਰਕੇ ਕਬੀਰ ਸਾਹਿਬ ਜੀ ਨੇ ਆਪਣੇ ਜੀਵਨ ਦੇ ਆਖਰੀ ਸਮਾਂ ਨੇੜੇ ਵੇਖਿਆ ਤੇ ਆਪਣੇ ਸੰਗੀਆਂ ਸਾਥੀਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਆਪਣੇ ਪਰਿਵਾਰ ਨੂੰ ਕਹਿੰਦੇ ਵੀ ਆਪਾਂ ਇੱਥੋਂ ਚੱਲੀਏ। ਮਾਰਾ ਕਿੱਥੇ ਚੱਲੀਏ ਹੁਣ? ਕਹਿੰਦੇ ਆਪਾਂ ਉੱਥੇ ਜਾਵਾਂਗੇ ਜਿੱਥੇ ਬ੍ਰਾਹਮਣ ਕਹਿੰਦੇ ਜਾਣਾ ਨਹੀਂ ਚਾਹੀਦਾ, ਆਪਾਂ ਉੱਥੇ ਜਾਵਾਂਗੇ।
कहते कित्थे? कहते जिहड़ी ब्राह्मणां ने गल बनाई हुई आ भी जे कोई वो मगहर की भूमि भी जाके बसूगा मर के गधा बनूगा, यह भरम कढ़ना है। कहो सत हुण ये कढ़ना है आपां। हुण जिन्हां दिमाग च माड़ा मोटा हजे ही भरम सीगा, कहने महाराज कमले होयो, सारी उम्र तो आपां काशी विच बतीत करती, हुण मरन वेले उत्थे जाना, आपां कहने उत्थे जाना, लाजमी जाना। सगल जन्म श्री शिवपुरी गवाया, मरती वार मगहर उठ आया। काशी मगहर सम, असी तो इन्हां दोनों धरतियां नूं बराबर जानते हैं। ते नाले भलिओ मानसो, जे कोई धरती दे नुक्स करके बंदा गधा बनूगा तो फिर नाम जपण जपाउण दा की फायदा होया? फिर नाम की की महिमा हुई जे नाम जपण वाला भी उत्थे वस के गधा बने? फिर तो नाम छोटा हो गया ना। कहते गल तो थोड़ी सही आ। कहते फिर नाम की ही असी वडियाई करनी है, नाम की महिमा दसनी है, आपां उत्थे ही वसांगे जाके। किसी न किसी नूं पहल करनी पैंदी आ, ते ये पहल कबीर साहब जी ने जान बुझ के की। कांसी मगहर सम विचारी, साढ़े वास्ते कांशी ते वो मगहर की भूमि बराबर है, क्योंकि असी उस मालक नाल जुड़े हाँ जिहड़ा जीवां नूं जूनां विच पाउंदा है। जद असी उस नाम नूं जपदे हाँ तो फिर सानूं किवें कदे बनावेगा? तो ये भी भरम जिहड़ा उस वेले उस इलाके च ब्राह्मणां दा पाया होया सी ना, ये भरम भी टुट गया। कबीर साहब तो वसन तो बाद उत्थे फिर होर लोकां दा वसना शुरू होया। तो इस करके गुरु अर्जन देव पुछते हैं सिख संगतां, महाराज कित्थे बह के नाम जपीए, किहड़ी जगह पवित्र है? तो पातशाह कहंदे सो सच मंदिर जित सच धियाई है, जिथे सच नूं जपिया जांदा है। जे सच नूं नहीं जपिया जांदा ते ब्राह्मण भी चंडाल है। दुनिया कहती ना ब्राह्मण की जात चंगी है, ब्राह्मण ने कहा ये सब शूद्र है, एक खतरी है, वैश है, असी उच्ची जाति दे हाँ। पर बाणी कहती जे परमेश्वर नाल नहीं जुड़दा जीवन बेकार है, दुखदाई है, लोगों को दुख देने वाला है, तो ब्राह्मण भी चंडाल है। और रविदास भी एक ब्राह्मण हो गया, भाव परमेश्वर का प्यारा हो गया, प्रवान हो गया, चम्यारां दे घरे पैदा होकर जिसने रब नूं प्राप्त कर लिया। कहो सतनाम सी। और उन्होंने आप लिख दिता कि साड़ी जात चमार है, कह रविदास खलास चमारा। नहीं तो गुरु प्यारे ब्राह्मणों ने रविदास नूं भी इतिहास में ब्राह्मण लिख देना सी। कहो सतनाम, जे उन्होंने बाणी च किते चमार ना लिखिया हुंदा। कह रविदास खलास चमारा, जो हम शहरी सो मीत हमारा। जिहड़ा मेरे शहर का वासी है वही मेरा मित्र है। दूसरा अर्थ है कि मैं हुण उन्हां नीच जातियां दे विचों उच्चा हो गया हाँ। भाव जिहड़े कहंदे चम्यार माड़े है, आ देखो मेरे ते नाम ने कृपा की। और उस रविदास जी नूं अज असीं मत्थे टेकदे हां, कारण नाम की सिफत है। कहो सतनाम। जे निरपो जिन हर निरपो ध्याया जी, तिनका भाऊ सब गवासी। जिन सेविया मेरा हर जी, ते हर हर रूप समासी। वो हरि का रूप हो गए। इस करके मेरे प्रीतम जी कहते भलिओ, सो हृदा सोहेला जित हर गुण गाइए, सा धरत सुहावी जित वसै हर जन सच्चे, नाम बिटो कुरबानो जियो। मैं बलिहारे जाना इस नाम तो जिहड़ा नीवियां नूं उच्चे करदा है, नीचों ऊंच करे मेरा गोबिंद काहू ते ना डरै, ऐसी लाल तुझ बिन कौन करे। गरीब नवाज गुसैया मेरा माथा छतर धरै, आड़ दाम को छिपरो होयो लखीना। जिसनों लोग नामा शींबा कह के बुलाते सीगे ना, अज असी उसनों भगत नामदेव जी कहते हाँ। कहो सतनाम। ये नाम की महिमा है, नाम ने वडियाई दिती है। रविदास जी नूं रविदास जी कह के बुलाने
ਕਿਸੇ ਵੇਲੇ ਬ੍ਰਾਹਮਣ ਉਹਨਾਂ ਦੀ ਬੜੀ ਬੇਅਦਬੀ ਕਰਦੇ ਸੀਗੇ, ਪਰ ਨਾਮ ਦੀ ਮਹਿਮਾ। ਅੱਜ ਉਹੀ ਬ੍ਰਾਹਮਣ ਇਸ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋਏ ਰਵਿਦਾਸ ਜੀ ਨੂੰ ਵੀ ਮੱਥਾ ਟੇਕਦੇ ਆ। ਕਹੋ ਸਤਿਨਾਮ, ਕਿਉਂਕਿ ਸਾਰੇ ਭਗਤ ਗੁਰਬਾਣੀ ਵਿੱਚ ਬੈਠੇ ਆ। ਪ੍ਰੀਤਮ ਜੀ ਕਹਿੰਦੇ ਉਹ ਧਰਤੀ ਵਧੀਆ ਭਾਈ, ਜਿੱਥੇ ਬਹਿ ਕੇ ਮਰਜ਼ੀ ਜਪ ਲਓ। ਤੁਹਾਡੇ ਜਪਣ ਨੇ ਉਹ ਧਰਤੀ ਪ੍ਰਵਾਨ ਕਰਨੀ ਆ। ਤੀਰਥ ਆਪਦੀ ਮਰਜ਼ੀ ਨਾਲ ਤੀਰਥ ਨਹੀਂ ਬਣੇ, ਤੀਰਥ ਬਣੇ ਤਾਂ ਕਿ ਉੱਥੇ ਨਾਮ ਜਪਣ ਵਾਲੇ ਜਾ ਕੇ ਬੈਠੇ। ਜਿਤਨੇ ਤੀਰਥ ਦੇਵੀ ਥਾਪੇ, ਹੁਣ ਹਿੰਦੂ ਮਤ ਵਾਲੇ ਕਹਿੰਦੇ ਵੀ ਇਹ ਦੇਵੀਆਂ ਨੇ ਦੇਵਤਿਆਂ ਨੇ ਬਣਾਏ ਆ ਤੀਰਥ, ਪਰ ਬਾਣੀ ਕੀ ਕਹਿੰਦੀ ਆ? ਠੀਕ ਆ, ਮੰਨ ਲੈਂਦੇ ਆ ਤੁਹਾਡੀਆਂ ਦੇਵੀਆਂ ਦੇਵਤਿਆਂ ਦੇ ਨਾਂ 'ਤੇ ਤੀਰਥ ਬਣੇ ਆ, ਪਰ ਸੁਣੋ ਇਹ ਤੀਰਥ ਕਿਹਨੂੰ ਲੋਚਦੇ ਆ, ਕਿਹਨੂੰ ਮਿਲਣਾ ਚਾਹੁੰਦੇ ਆ, ਕਿਹਦੇ ਕਾਰਨ ਬਣੇ ਆ? ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਕਹਿੰਦੇ ਸਾਨੂੰ ਸਾਧੂਆਂ ਨੇ ਪ੍ਰਗਟ ਕੀਤਾ, ਨਾ ਕਿ ਕਿਸੇ ਦੇਵੀ ਦੇਵਤੇ ਨੇ। ਕਹੋ ਸਤਿਨਾਮ। ਧੂੜ ਸਾਧੂ ਕੀ ਤਾਈ ਕਿਉਂ? ਕਿਉਂਕਿ ਮੈਲ ਭਰੇ ਪਰੇ ਹਮਰੇ ਵਿੱਚ ਸਾਨੂੰ ਖਰਾਬ ਕਰ ਦਿੱਤਾ ਹੈ ਇਸ ਸੰਸਾਰ ਦੇ ਲੋਕਾਂ ਨੇ, ਗੰਦੇ ਲੋਕਾਂ ਨੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਈ ਦਿਨ ਨਹਾਤੇ ਨਹੀਂ ਤੇ ਗੰਗਾ ਨਦੀ 'ਚ ਨਹਾ ਕੇ ਤੇ ਉਹ ਗੰਗਾ ਦਾ ਪਾਣੀ ਖਰਾਬ ਕਰਤਾ। ਪਾਣੀ ਨਹੀਂ ਖਰਾਬ ਹੋਇਆ, ਉੱਥੇ ਮਾੜੇ ਲੋਕ ਪੈਦਾ ਹੋ ਗਏ, ਚੋਰ, ਨਿੰਦਕ, ਚੁਗਲਖੋਰ, ਇਰਖਾਲੂ, ਉੱਥੇ ਗਏ ਹੋਏ ਯਾਤਰੀਆਂ ਨੂੰ ਲੁੱਟਣ ਵਾਲੇ। ਉਹਨਾਂ ਕਰਕੇ ਉਹ ਗੰਗਾ ਵੀ ਬਦਨਾਮ ਹੋ ਗਈ, ਉਹ ਤੀਰਥ ਵੀ ਬਦਨਾਮ ਕਰਤੇ ਲੋਕਾਂ ਨੇ। ਕਿਸੇ ਗੁਰੂ ਘਰ ਦੇ ਵਿੱਚ ਪ੍ਰਬੰਧਕ ਜੇ ਖਰਾਬ ਹੋਣ ਤੇ ਉਹ ਗੁਰੂ ਘਰ ਦੇ ਨਾਮ ਨੂੰ ਲਾਜ ਲੱਗਦੀ ਹੈ ਨਾ। ਤਾਂ ਇਹਦਾ ਮਤਲਬ ਗੰਗਾ ਦਾ ਪਾਣੀ ਉੱਦਾਂ ਨਹੀਂ ਗੰਦਾ ਹੋਇਆ ਵੀ ਉਹ 'ਚ ਗਾਰਾ ਘੁਲ ਗਿਆ, ਮੈਲ ਘੁਲ ਗਈ। ਉਹ ਬਦਨਾਮ ਹੋਏ ਤੀਰਥ ਮਾੜੇ ਲੋਕਾਂ ਦੇ ਕਾਰਨ। ਮੈਲ ਭਰੇ ਪਰੇ ਹਮਰੇ ਵਿੱਚ ਗੰਦੀ ਸੋਚ ਵਾਲੇ ਲੋਕ ਵਸਣ ਲੱਗ ਪਏ ਇੱਥੇ ਆ ਕੇ। ਕਹੋ ਸਤਿਨਾਮ ਸ੍ਰੀ। ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੇ ਜਦ ਉੱਥੇ ਕੋਈ ਬ੍ਰਹਮ ਗਿਆਨੀ ਆ ਕੇ ਰਹਿ ਪਿਆ, ਬ੍ਰਹਮ ਗਿਆਨੀ ਨੇ ਲੋਕਾਂ ਨੂੰ ਗਿਆਨ ਬਖਸ਼ਿਆ, ਸਿੱਧੇ ਰਸਤੇ ਪਾਇਆ, ਤਾਂ ਫਿਰ ਚੰਗੇ ਲੋਕ ਉੱਥੇ ਜਾਣੇ ਸ਼ੁਰੂ ਹੋਏ ਉਹਦੀ ਸਤਸੰਗ ਕਰਨ ਵਾਸਤੇ। ਦੁਬਾਰਾ ਫਿਰ ਉਹ ਤੀਰਥ ਸਲਾਉਣ ਯੋਗ ਹੋ ਗਏ। ਕਹੋ ਸਤਿਨਾਮ ਸ੍ਰੀ। ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਤੇ ਤੀਰਥ ਕਾਹਦੇ ਨਾਲ ਪ੍ਰਗਟ ਹੋਏ? ਤਾਂ ਪੁੱਛੋ ਬਾਬੇ ਨਾਨਕ ਨੂੰ, ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਕੀ ਕਹਿੰਦੇ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਉਹ ਤੀਰਥ ਨੂੰ ਮਸ਼ਹੂਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਅਸਲ ਵਿੱਚ। ਕਹੋ ਸਤਿਨਾਮ ਸ੍ਰੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ, ਤੀਰ ਕਿਨਾਰਾ, ਰੱਥ ਸਰੀਰ। ਇਹ ਸਰੀਰ ਦੀ ਮੋਹ ਮਮਤਾ ਤੋਂ ਉੱਚੇ ਉੱਠ ਕੇ ਕਿਨਾਰੇ ਤੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਣਾ ਸੁਰਤੀ ਦੇ ਨਾਲ। ਕਿੱਥੇ ਬੈਠ ਕੇ ਜਪੀਏ? ਕਿਨਾਰੇ ਤੇ ਬੈਠ ਕੇ। ਲੋਕ ਗੰਗਾ ਦੇ ਕਿਨਾਰੇ ਤੇ ਬੈਠ ਕੇ ਜਪਣ ਲੱਗੇ, ਲੋਕ ਸਰੋਵਰਾਂ ਦੇ ਕਿਨਾਰੇ ਤੇ ਬੈਠ ਕੇ ਜਪਣ ਲੱਗੇ। ਚੰਗੀ ਗੱਲ ਹੈ, ਕਿਉਂਕਿ ਜਿਹੜਾ ਨਾਮ ਜਪਦਾ ਉਹਨੂੰ ਪਾਣੀ ਦੀ ਪਹਿਲੀ ਲੋੜ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਸ ਹੈ, ਉਹ ਤੜਕੇ ਉੱਠ ਕੇ ਪਾਣੀ ਦੇ ਨਾਲ ਪਿਆਰ ਕਰਦੇ ਆ। ਪਹਿਲਾਂ ਹੱਥ ਮੂੰਹ ਤਾਂ ਸਾਰੇ ਹੀ ਧੋਣੇ, ਆਪਾਂ ਕੁਰਲੀ ਕਰਦੇ ਹਾਂ, ਫਿਰ ਨਾਮ ਜਨ ਜੁੜਦੇ ਹਾਂ। ਇਸ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਸ ਹੈ ਉਹ ਤੜਕੇ ਉੱਠ ਕੇ ਇਸ਼ਨਾਨ ਕਰਦੇ ਆ। ਬਾਬਾ ਨਾਨਕ ਵੀ ਤੜਕੇ ਸੁਲਤਾਨਪੁਰ ਦੇ ਵਿੱਚ ਰਹਿੰਦੇ ਹੋਏ ਬੇਈਆਂ ਦੀ ਜਾ ਕੇ ਇਸ਼ਨਾਨ ਕਰਦੇ ਆ। ਸਾਰਿਆਂ ਨੂੰ ਪਾਣੀ ਦੀ ਲੋੜ ਹੈ। ਪਹਿਲਾ ਪਾਣੀ ਜਿਉ ਹੈ, ਪਾਣੀ ਪਿਤਾ ਹੈ, ਕਿੰਨਾ ਕੁਝ ਕਿਹਾ ਬਾਣੀ ਵਿੱਚ। ਖੈਰ, ਉਸ ਤਰ੍ਹਾਂ ਤੀਰਥ ਪਵਿੱਤਰ ਨਹੀਂ ਜਿਸ ਤਰ੍ਹਾਂ ਦੁਨੀਆ ਨੇ ਮੰਨੇ ਹੈ। ਤੀਰਥਾਂ ਦੀ ਮਹਾਨਤਾ ਨਾਮ ਜਪਣ ਵਾਲਿਆਂ ਕਰਕੇ ਹੈ। ਪ੍ਰੀਤਮ ਜੀ ਕਹਿੰਦੇ, ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਬਿਟੋ ਕੁਰਬਾਨ ਜੀਓ। ਸੱਚ ਵਡਾਈ ਕੀਮਨ ਪਾਈ। ਪਰ ਮਨੁੱਖ ਨੇ ਪਖੰਡ ਬਹੁਤ ਕੀਤਾ, ਸੱਚ ਨੂੰ ਨਹੀਂ ਸਮਝਿਆ, ਝੂਠ ਨੂੰ ਬੜਾ ਫੈਲਾਇਆ। ਉਹਨਾਂ ਬ੍ਰਾਹਮਣਾਂ ਨੇ ਬੇਅੰਤ ਹੀ ਰੀਤੀ ਰਿਵਾਜ ਬਣਾ ਕੇ, ਕਰਮਕਾਂਡ ਬਣਾ ਕੇ, ਨਰਾਤੇ ਸ਼ਰਾਧ ਆਦਿ ਤਰ੍ਹਾਂ ਤਰ੍ਹਾਂ ਦੇ, ਮੈਂ ਕਹਿੰਦਾ ਗਿਣਤੀ ਕੋਈ ਨਹੀਂ ਹੈ ਜਿੰਨੇ ਉਹਨਾਂ ਨੇ ਪਖੰਡ ਤਿਆਰ ਕੀਤੇ। ਮਕਸਦ ਸਵਾਰਥ, ਬਈ ਸਾਡੀ ਰੋਟੀ ਚੱਲਦੀ ਰਹੂਗੀ, ਸਾਡੇ ਜਵਾਕਾਂ ਦੀ ਚੱਲਦੀ ਰਹੂਗੀ। ਇਹਨਾਂ ਦਾ ਕੀ ਹੈ?
ਇਹਨਾਂ ਨੂੰ ਸ਼ੂਦਰ ਕਹਿ ਦਿਓ, ਖੱਤਰੀ ਕਹਿ ਦਿਓ, ਵੈਸ਼ ਕਹਿ ਦਿਓ, ਦਾਨ ਪੁੰਨ 'ਤੇ ਲਾਤਾ ਤਾਂ ਕਿ ਸਾਡੇ ਬੱਚਿਆਂ ਤੱਕ ਦਾ ਕੰਮ ਚੱਲਦਾ ਰਹੇ। ਬਹੁਤ ਕੁਝ ਆ। ਜਿਸ ਮਨੁੱਖ ਨੇ ਸੱਚ ਨੂੰ ਨਹੀਂ ਜਾਣਿਆ, ਸੱਚ ਦੀ ਵਡਿਆਈ ਨੂੰ ਨਹੀਂ ਜਾਣਿਆ, ਕੁਦਰਤ ਕਰਮ ਨਾ ਕਹਿਣਾ ਜਾਈ, ਜਿਨ੍ਹਾਂ ਨੇ ਕੁਦਰਤ ਨੂੰ ਨਹੀਂ ਜਾਣਿਆ ਉਹ ਕੁਦਰਤ ਦੇ ਬਾਰੇ ਕੀ ਜਾਣ ਸਕਦੇ ਹੈ ਕਿ ਕੁਦਰਤ ਕਿਵੇਂ ਕੰਮ ਕਰਦੀ ਹੈ। ਕੁਦਰਤ ਕਰਕੇ ਵਸਿਆ ਸੋਈ। ਉਹ ਸੱਚ ਨੂੰ ਜਾਣਨ ਵਾਸਤੇ ਕੁਦਰਤ ਨੂੰ ਜਾਣਨਾ ਪਊਗਾ। ਕੁਦਰਤ ਦੇ ਵਿੱਚੋਂ ਉਹਨੂੰ ਲੱਭਣਾ, ਭਾਵ ਤੁਹਾਡੇ ਵਿੱਚੋਂ ਲੱਭਣਾ। ਉਹ ਫੁੱਲਾਂ ਵਿੱਚ ਵੀ ਟਹਿਕ ਰਿਹਾ ਹੈ, ਉਹ ਫਲਾਂ ਵਿੱਚ ਵੀ ਮਠਿਆਸ ਭਰ ਰਿਹਾ ਹੈ, ਉਹ ਤੁਹਾਡੇ ਵਿੱਚ ਵੀ ਭਰ ਸਕਦਾ। ਪ੍ਰੀਤਮ ਜੀ ਕਹਿੰਦੇ, ਵੇਖੋ ਬਸੰਤ ਕੀ ਵਾਰ ਮਹਲ ਪੰਜਵਾ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈਆ ਰੁੱਤ ਸਹਾਈ। ਬਸੰਤ ਰੁੱਤ ਨੇ ਦਰਖਤਾਂ ਨੂੰ ਹਰੇ ਭਰੇ ਕਰਤਾ ਭਲਿਓ, ਤੇ ਤੁਸੀਂ ਕਦੋਂ ਹਰੇ ਹੋਣਾ? ਦਰਖਤਾਂ ਨੂੰ ਬਸੰਤ ਰੁੱਤ ਨੇ ਕੀਤਾ ਹੈ, ਸਾਨੂੰ ਹਰੀ ਦੇ ਨਾਮ ਨੇ ਕਰਨਾ। ਅੱਗੇ ਬਾਬਾ ਜੀ ਕਹਿੰਦੇ, ਸੱਚ ਵਡਾਈ ਕੀਮ ਨ ਪਾਈ, ਕੁਦਰਤ ਕਰਮ ਨ ਕਹਿਣਾ ਜਾਈ, ਧਿਆਏ ਧਿਆਏ ਜੀਵੈ ਜਨ ਤੇਰੇ। ਜਿਨ੍ਹਾਂ ਨੂੰ ਕੁਦਰਤ ਦੀ ਜਾਣਕਾਰੀ ਆ ਗਈ ਉਹ ਕੁਦਰਤ ਨੂੰ ਵੇਖ ਕੇ ਸਲਾਉਂਦੇ ਨੇ। ਕੀ ਕਹਿੰਦੇ ਆ? ਵਾਹ ਮਹਾਰਾਜ, ਕਿੰਨੇ ਰੰਗਾਂ ਦੀ ਦੁਨੀਆ ਬਣਾਈ ਆ। ਜਿਹਨੂੰ ਨਹੀਂ ਸਮਝ ਆਈ ਉਹ ਰੰਗ ਜੇ ਵਰਗੇ ਸਾਰਿਆਂ ਨੂੰ ਮੁਸਲਮਾਨ ਬਣਾਉਣ 'ਤੇ ਤੁਲੇ ਹੋਏ ਆ। ਅੱਜ ਦੇ ਲੋਕ ਸਾਰਿਆਂ ਨੂੰ ਭਗਵਾਂ ਕਰਨ 'ਤੇ ਤੁਲੇ ਹੋਏ ਆ। ਉਹਨਾਂ ਨੂੰ ਰੰਗ ਬਿਰੰਗੀ ਦੁਨੀਆ ਸੋਹਣੀ ਨਹੀਂ ਲੱਗਦੀ। ਕੋ ਸਤਨਾਮ ਜਿਹੜੀ ਪਰਮੇਸ਼ਰ ਨੇ ਬਣਾਈ ਆ। ਤੋ ਇਸ ਕਰਕੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਉਹ ਤਾਂ ਰੰਗ ਭਰ ਭਰ ਕੇ ਵੇਖਦਾ। ਆ ਦੇਖੋ ਕਿੰਨੇ ਤਰ੍ਹਾਂ ਦੇ ਫੁੱਲ ਪਏ ਆ, ਸੋਹਣੇ ਲੱਗਦੇ ਆ। ਜੇ ਇੱਕੋ ਹੀ ਰੰਗ ਹੋਵੇ ਤਾਂ ਫਿਰ ਉਹਨਾਂ ਸੋਹਣਾ ਨਹੀਂ ਲੱਗਦਾ। ਇਸ ਕਰਕੇ ਸਭੇ ਰੰਗ ਨਰਾਇਣੇ ਜੇਤੇ ਮਨ ਭਾਵਨ। ਤੈਨੂੰ ਚੰਗੇ ਲੱਗਣੇ ਚਾਹੀਦੇ ਆ। ਇਹ ਸਾਰੇ ਰੱਬ ਦੇ ਰੰਗ ਆ। ਕੋਈ ਕਿੱਦਾਂ ਦਾ ਬਣਾਇਆ, ਕੋਈ ਕਿੱਦਾਂ ਦਾ ਬਣਾਇਆ। ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੂੰ ਕੁਦਰਤ ਨਹੀਂ ਸਮਝ ਨਹੀਂ ਆਈ ਉਹ ਸੱਚ ਨੂੰ ਕੀ ਜਾਣਨਗੇ। ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਏ ਧਿਆਏ ਜੀਵੈ ਜਨ ਤੇਰੇ। ਸੱਚ ਸ਼ਬਦ ਮਨ ਮਾਣੋ ਜੀਓ, ਸੱਚ ਸਲਾਹਨ ਵਡ ਭਾਗੀ ਪਾਈਐ। ਪਰਮੇਸ਼ਰ ਨੂੰ ਕਿਵੇਂ ਸਲਾਹੁਣਾ ਇਹ ਕਿਸੇ ਕਿਸੇ ਨੂੰ ਸਮਝ ਆਈ ਹੈ, ਨਹੀਂ ਤਾਂ ਸਾਰੇ ਕੱਟੜਤਾ ਵਿੱਚ ਵੜ ਗਏ। ਕਹੋ ਸਤਨਾਮ। ਕੱਟੜਤਾ ਮਾੜੀ ਹੈ, ਉਹ ਰੰਗ ਜੇ ਵਾਲੀ। ਚਾਹੇ ਕੋਈ ਵੀ ਕੱਟੜਤਾ ਕਰਦਾ ਉਹ ਮਾੜੀ ਆ। ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਹੋਤੇ ਨਹੀਂ। ਪ੍ਰਭ ਪਾਇਓ ਪਰਮੇਸ਼ਰ ਪ੍ਰੇਮ ਦੇ ਵਿੱਚੋਂ ਮਿਲਦਾ। ਵੱਡੇ ਭਾਗਾਂ ਦੇ ਨਾਲ ਇਸ ਗੱਲ ਦੀ ਸਮਝ ਆਈ। ਸੱਚ ਸਲਾਹਨ ਵਡ ਭਾਗੀ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ। ਗੁਰੂ ਦੀ ਕਿਰਪਾ ਲੈ ਕੇ ਹਰੀ ਦੀ ਸਿਫਤ ਕਰੀਏ। ਰੰਗ ਰਤੇ ਤੇਰੇ ਤੁਧ ਭਾਵੈ। ਜਿਹੜੇ ਤੇਰੇ ਰੰਗ ਵਿੱਚ ਰੰਗੇ ਗਏ ਉਹ ਤੈਨੂੰ ਚੰਗੇ ਲੱਗਦੇ ਆ। ਜਿਨ੍ਹਾਂ ਨੂੰ ਤੇਰੇ ਸਾਰੇ ਰੰਗ ਚੰਗੇ ਲੱਗਦੇ ਆ। ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੁਗਲਾਂ ਦਾ ਸਮਾਂ ਆਇਆ, ਉਹ ਕਹਿੰਦੇ ਸਾਰੇ ਮੁਸਲਮਾਨ ਹੋਣ। ਜੇ ਬ੍ਰਾਹਮਣਾਂ ਦਾ ਸਮਾਂ ਆਇਆ ਉਹ ਕਹਿੰਦੇ ਅਸੀਂ ਚੰਗੇ ਆ, ਬਾਕੀ ਸਭ ਖਤਮ। ਕੋਈ ਸ਼ੂਦਰ ਹੈ, ਕੋਈ ਖੱਤਰੀ ਹੈ, ਅਸੀਂ ਬ੍ਰਾਹਮਣ ਹਾਂ। ਉਹਨਾਂ ਨੇ ਆਪ ਦੀ ਚਲਾਉਣੀ ਚਾਹੀ। ਪਰ ਗੁਰੂ ਨਾਨਕ ਦੇਵ ਹੈ ਜਿਸ ਦਾ ਘਰ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਗੁਰੂ ਨਾਨਕ ਨੇ ਆ ਕੇ ਦੱਸਣਾ ਕੀਤਾ। ਮੇਰੇ ਪ੍ਰੀਤਮ ਜੀ ਕਹਿੰਦੇ, ਧਿਆਏ ਧਿਆਏ ਜੀਵੈ ਜਨ ਤੇਰੇ। ਸੱਚ ਸ਼ਬਦ ਮਨ ਮਾਣੋ ਜੀਓ। ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਜਾਣਨਾ ਕੀਤਾ ਉਹਨਾਂ ਨੇ ਪਰਮੇਸ਼ਰ ਦੇ ਆਨੰਦ ਨੂੰ ਵੀ ਮਾਨਣਾ ਕੀਤਾ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਆਉਂਦੇ ਆ। ਮੁਸਲਮਾਨ ਵੀ ਪਿਆਰ ਕਰਦੇ ਆ, ਬਲਕਿ ਪੀਰ ਬੁੱਧੂ ਸ਼ਾਹ ਹੋਰੀ ਮੁਸਲਮਾਨ ਹੁੰਦੇ ਹੋਏ ਆਪਣੇ 4 ਪੁੱਤਰਾਂ ਤੇ 700 ਚੇਲਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦੇ ਹੋਏ ਜੰਗ ਦੇ ਵਿੱਚ ਲੜਦੇ ਆ। ਕਿਉਂਕਿ ਉਹਨੇ ਸੱਚ ਨੂੰ ਜਾਣ ਲਿਆ, ਇਸ ਕਰਕੇ ਉਹ ਮੁਸਲਮਾਨਾਂ ਵਾਲੇ ਪਾਸੇ ਨਹੀਂ ਗਏ।
जात पात कन्नी नहीं गए, वो वेख्या किहड़े पासे सच की गल की जा रही है। गणी खां, नबी खां, भाई मरदाना, मैं गिनती नहीं कर सकता। गुरु प्यारिओ, कितने लोग जिन्होंने असीं कहने बहुत माड़े आ, उन्होंने किन्ने लोग बाबे नानक नाल, 10वें गुरु नाल, 10 गुरुआं नाल, गुरु ग्रंथ साहिब नाल जुड़े हुए हैं अज तक। मेरे प्रीतम जी आखिरी पंक्तियां विच कहंदे, सच सलाहन वड भागी पाई है, आओ गुरु की कृपा लईए। पुछिए गुरु नूं की सच है की झूठ आ। असीं अपनी मर्जी नाल ही मन्निया होया जां किसी दे कहे कहाए मन्निया होया, उदा नहीं। गुर प्रसादी हर गुण गाइए, रंग रते तेरे तुध भावै, सच नाम निसाणो जियो, सच्चे अंत न जाने कोई। उस परमेश्वर का प्यारे का अंत नहीं पाया, वो कित्थे वसदा है। वो सच नूं समझना बहुत मुश्किल है। सच तां पर जाणीए जां आत्म तीर्थ करे निवास, सतगुरु नूं पुछ के बह रहे करे निवास। सच सवना होए दारू पाप कढै धोए, नानक बखाणै बेनती जिन सच पल्लै होए। मैं उन्हां दी गल करदा जिन्हां ने सच नूं समझिआ। सच नूं समझण वास्ते गुरु नूं पुछना पऊगा, ते गुरु नूं पुछ के कित्थे बैठना, किहड़े तीर्थ ते बैठना? आत्म तीर्थ ते आत्म तीर्थ फिर अपने अंदर है। आत्म तीर्थ भाव अपने अंदर बहना। कोई सतनाम अपने आपे दी खोज करनी। प्रीतम जी कहते, थान थनंतर सच्चा सोई, सच्चा अंत न जाना कोई, ओदा अंत किसी ने नहीं पाया। वो बड़ा बेअंत है। तेरे रंग विच रंगे हुए तैनू चंगे लगते हैं। लाल रंग तिसको लगा जिसके वडभागा, उन्होंने सारे प्यारे लगते हैं। याद करो कहानी भाई कन्हैया जी की। पानी पिआउण दी ड्यूटी लाई आ, मुसलमान नूं भी पिआउंदे आ ते सिख नूं भी पिआउंदे आ। ये नहीं कह रहे भी दुश्मन है ये मरदा तेन मरन दे, पानी नहीं पिआउणा हुण, बल्कि पिया के खड़ा करते आ उन्होंने। छोटी मत वाले शिकायतां लाउंदे आ। 10वें पातशाह बुलाउंदे आ, पुछदे आ सिखा तेरी ड्यूटी पानी पिआउण दी लाई सी? हाँ महाराज। फिर किहनूं पानी पिआउणा? जी सोनू ही पिआउणा, मैं तो किसी नूं नहीं पिआया कदे। नंबर शिकायत आई आ भी तू मुसलमानों नूं पानी पिया दिना। कहते ना महाराज, मैं किसी मुसलमान नूं पानी नहीं पिआया। कहते पानी पिआउंदा नहीं मैदान च, जंग के मैदान च पिआउणा जी। फिर किहनूं पिआउणा? कहंदा जी मैं तो बुक वेखदा, मैनूं बुक तुहाडा लगदा। कोई सतनाम। अच्छा ये गल है, चक फिर फस्ट एड बॉक्स, आप मलम ते पट्टियां भी लै जा, मेरे पट्टी भी बन दिया कर। कोई सतनाम। जे तू इत्थे पहुंचे तो इत्थे सही हो ना, अगली क्लास दे विच हो। शिकायतियां दे मगर नहीं लगे 10वें पातशाह। उन्होंने पता है कि मेरा ये बच्चा चौथी क्लास टप चक्या, भाव चौथी अवस्था में पहुँच गया। कोई सतनाम सी। मेरे प्रीतम जी बख्शिश करते हैं अगे, रंग रते तेरे तुध भावै, तैनू तेरे रंग विच रंगे हुए चंगे लगते आ। सच नाम निसाणो जियो, सच्चे अंत न जाने कोई। तेरा नाम ही साडा पास आ। स्कूल च पास हुंदे सी ना, 2-3 पास रखे हुंदे सीगे। जे किसी बच्चे ने बाहर जाना है तो वह पास लैके जाता सीगा। महाराज जी 1 नंबर जाया वा जाना जी, वो पास चक के लै जाता। जिन्ना चिर पास मुड़ के ना दूना बच्चा नहीं जा सकता सी। इस तरह ही परमेश्वर की दरगाह विच भी एक पास चाहिदा है उतों लंघण वास्ते। वो पास है सच का नाम। को सतनाम, सच्चा नाम। कहते ये तेन उतों लंघाऊगा। सच नाम निशानो जियो, सच्चा अंत न जाने कोई। थान थनंतर सच्चा सोई, नानक सच धियाई है सद ही। अंतरजामी जानो जियो। आओ सच नाल जुड़िए, झूठ तो उच्चे उठ के, झूठियां की संगत छड्ड के, सानू भरमां विच पाउण वाले जिहड़े हन उन्हां दी संगत छड्ड के केवल सच्चियां दे नाल खड़ीए, तां ही साडा भला हो सकदा है। इसी पवित्र शब्द दी विचार। अगला शब्द है माज महला 5वां, कदों जपीए। जपण का समा की है? सवाल पैदा हो गया अगला। ये तो दसदा ना कित्थे जपीए? जिथे मर्जी जप लो,
ਤੁਸੀਂ ਜਪਣਾ ਹੈ, ਤੁਹਾਡਾ ਹਿਰਦਾ ਹੀ ਧਰਤੀ ਬਣ ਜਾਣੀ ਹੈ। ਉਹ ਧਰਤੀ ਵੀ ਸਲਾਹੁਣਯੋਗ ਹੋ ਗਈ। ਜਿਵੇਂ ਬਠਿੰਡੇ ਵਿੱਚ ਗੁਰਦੁਆਰਾ ਸਾਹਿਬ ਹਾਜੀ ਰਤਨ, ਕਿਲ੍ਹਾ ਮੁਬਾਰਕ ਬਠਿੰਡਾ, ਪਾਤਸ਼ਾਹੀ 10ਵੀਂ, ਜਿੱਥੇ 10ਵੇਂ ਗੁਰੂਆਂ ਦੇ ਚਰਨ ਪੈ ਗਏ, ਕੋ ਸਤਨਾਮ ਸੀ, ਸਲਾਹੁਣਯੋਗ ਹੋ ਗਈ। ਇਸੇ ਤਰ੍ਹਾਂ ਹੀ ਜਿੱਥੇ ਜਾਏ ਵਾਹ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰੱਬ ਰਾਜੇ। ਤਾਂ ਅੱਗੇ ਸਿੱਖ ਪੁੱਛਦੇ ਆ ਕਦੋਂ ਜਪੀਏ? ਮਹਾਰਾਜ ਟਾਈਮ ਦੱਸ ਦਿਓ, ਕਿਹੜਾ ਸਮਾਂ ਸਹੀ ਹੈ? ਪਾਤਸ਼ਾਹ ਕੀ ਦੱਸਦੇ ਨੇ? ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਦੱਸਾਂਗੇ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਇਸ ਵਿਸ਼ੇ 'ਤੇ ਕੀ ਕਹਿੰਦੇ ਆ, ਵਿਚਾਰਾਂ ਇੱਥੇ ਹੀ ਰੋਕਦੇ ਆ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।